ਅੱਜ ਭਾਰਤ ਸਰਕਾਰ ਵੱਲੋਂ, ਭਾਰਤ ਦੇ ਪ੍ਰਾਈਮ ਮਿਨਿਸਟਰ ਜੀ ਵੱਲੋਂ ਇੱਕ ਅਨਾਉਂਸਮੈਂਟ ਹੋਈ ਹੈ ਕਿ 4 ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਹੈ 26 ਦਸੰਬਰ ਨੂੰ ਹਰ ਸਾਲ ਉਹ ਭਾਰਤ ਦੇ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਇਆ ਕਰੇਗਾ। ਔਰ ਅਸੀਂ ਇਹਦਾ ਸਵਾਗਤ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤ ਭਰ ਹੀ ਨਹੀਂ ਬਲਕਿ ਸੰਸਾਰ ਭਰ ਦੇ ਮੁਲਕਾਂ ਦੇ ਸਕੂਲਾਂ ਦੇ ਵਿੱਚ 4 ਸਾਹਿਬਜ਼ਾਦਿਆਂ ਦੀ ਸੂਰਬੀਰਤਾ ਦਾ ਇਤਿਹਾਸ ਜਿਹੜਾ ਹੈ ਉਹ ਬੱਚਿਆਂ ਨੂੰ ਪੜ੍ਹਾਇਆ ਜਾਵੇ, ਪੜ੍ਹਾਇਆ ਜਾਣਾ ਚਾਹੀਦਾ ਨੇ। ਜਿਹੜੇ ਬੱਚੇ 4 ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹ ਲੈਣਗੇ, ਜਿਹੜੇ ਬੱਚੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮਹਾਨ ਇਤਿਹਾਸ ਨੂੰ ਸੁਣ ਲੈਣਗੇ, ਉਹ ਕਦੇ ਵੀ ਧਰਮ ਪਰਿਵਰਤਨ ਨਹੀਂ ਕਰਨਗੇ। ਨਾ ਉਹ ਈਸਾਈ ਬਣਨਗੇ, ਨਾ ਉਹ ਮੁਸਲਮਾਨ ਬਣਨਗੇ, ਚਾਹੇ ਉਹ ਸਿੱਖਾਂ ਦੇ ਬੱਚੇ ਹੋਣ, ਚਾਹੇ ਉਹ ਹਿੰਦੂਆਂ ਦੇ ਬੱਚੇ ਹੋਣ। ਪਰ ਹਾਂ, ਇਸ ਦਿਨ ਨੂੰ ਜਿਹੜਾ ਮਨਾਉਣ ਦੇ ਲਈ ਨਾਂ ਰੱਖਿਆ ਵੀਰ ਬਾਲ ਦਿਵਸ, ਇਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਹੈ। ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਇਹ ਨਾਮ ਜਿਹੜਾ ਹੈ ਇਸ ਦਿਨ ਨੂੰ ਮਨਾਉਣ ਵਾਸਤੇ ਉਹ ਰੱਖਿਆ ਜਾਣਾ ਚਾਹੀਦਾ ਹੈ ਜਿਹੜਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹ ਨਾਮ ਨਹੀਂ ਠੀਕ। ਅਸੀਂ ਚਾਹੁੰਦੇ ਹਾਂ ਇਤਿਹਾਸ ਪੜ੍ਹਾਇਆ ਜਾਏ ਔਰ ਸਹੀ ਇਤਿਹਾਸ ਪੜ੍ਹਾਇਆ ਜਾਏ। ਅਸੀਂ ਭਾਰਤ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਜਦੋਂ ਵੀ ਇਸ ਤਰ੍ਹਾਂ ਦੇ ਫੈਸਲੇ ਲੈਣੇ ਹੁੰਦੇ ਹੈ ਤਾਂ ਸਿੱਖ ਸੰਸਥਾਵਾਂ ਸਾਡੀਆਂ ਮੌਜੂਦ ਨੇ ਭਾਰਤ ਦੀ ਧਰਤੀ ਦੇ ਉੱਤੇ। ਸਾਡੇ ਤਖਤ ਨੇ, ਸਾਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਪ੍ਰਬੰਧਕੀ ਬੋਰਡ, ਹਜੂਰ ਸਾਹਿਬ ਪ੍ਰਬੰਧਕੀ ਬੋਰਡ, ਚੀਫ ਖਾਲਸਾ ਦੀਵਾਨ, ਕਿੰਨੀਆਂ ਸਾਡੀਆਂ ਸੰਪਰਦਾਵਾਂ ਨੇ। ਇਹਨਾਂ ਨਾਲ ਮਸ਼ਵਰਾ ਜਿਹੜਾ ਹੈ, ਸਲਾਹ ਕਰ ਲੈਣੀ, ਮੈਂ ਕਹਿੰਦਾ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਔਰ ਸਾਡੀਆਂ ਸੰਸਥਾਵਾਂ ਭਾਰਤ ਸਰਕਾਰ ਨੂੰ ਸਿੱਖ ਮਸਲਿਆਂ ਦੇ ਵਿੱਚ ਸਹਿਯੋਗ ਦੇਣ ਲਈ ਤਿਆਰ ਵੀ ਨੇ ਔਰ ਵਚਨਬੱਧ ਵੀ ਨੇ। ਗਲਤ ਨਾ ਪੜ੍ਹਾਇਆ ਜਾਏ ਇਤਿਹਾਸ। ਜਿਵੇਂ ਬਨਾਰਸ ਦੀ ਧਰਤੀ ਦੇ ਉੱਤੇ ਇੱਕ ਪੈਫਲੈਂਟ ਵੰਡਿਆ ਗਿਆ, ਉਸ ਪੈਫਲੈਂਟ ਦੇ ਵਿੱਚ ਇੱਕ ਗਲਤ ਬਿਆਨੀ ਕੀਤੀ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਨੂੰ ਬਨਾਰਸ ਪੜ੍ਹਨ ਵਾਸਤੇ ਭੇਜਿਆ ਗਿਆ। ਉਹ ਨਹੀਂ, ਗਲਤ ਬਿਆਨੀ ਹੈ। 5 ਪਿਆਰੇ ਸਾਹਿਬਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਨਾਰਸ, ਕਾਸ਼ੀ ਪੜ੍ਹਨ ਵਾਸਤੇ ਨਹੀਂ ਭੇਜਿਆ। ਹਾਂ, 5 ਸਿੱਖ ਜ਼ਰੂਰ ਭੇਜੇ ਸਨ। 5 ਸਿੱਖਾਂ ਨੂੰ ਮਹਾਰਾਜ ਨੇ ਕਿਹਾ ਕਿ ਜਾਓ ਬਨਾਰਸ ਦੀ ਧਰਤੀ ਦੇ ਉੱਤੇ, ਬਨਾਰਸ ਦੀ ਧਰਤੀ ਦੇ ਉੱਤੇ ਜਾ ਕੇ ਉੱਥੇ ਹਿੰਦੂ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾਂ ਦਾ ਤੁਸੀਂ ਗਿਆਨ ਹਾਸਲ ਕਰੋ। 5 ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਗਿਆ ਲੈ ਕੇ ਕਾਸ਼ੀ ਦੀ ਧਰਤੀ ਦੇ ਉੱਤੇ ਸੰਸਕ੍ਰਿਤ ਵੇਦਾਂ, ਸ਼ਾਸਤਰਾਂ, ਪੁਰਾਣਾਂ, ਸਿਮਰਤੀਆਂ ਦੀ ਵਿਦਿਆ, ਸ਼ਾਸਤਰਾਂ ਦੀ ਵਿਦਿਆ ਪ੍ਰਾਪਤ ਕਰਨ ਵਾਸਤੇ ਆਏ। ਔਰ ਉਹਨਾਂ ਨੇ ਜਿਹੜੀ ਵਿਦਿਆ ਪ੍ਰਾਪਤ ਕੀਤੀ ਉਹ ਭਗਵੇਂ ਵੇਸ ਦੇ ਵਿੱਚ ਪ੍ਰਾਪਤ ਕੀਤੀ, ਭਗਵੇਂ ਲਿਬਾਸ ਦੇ ਵਿੱਚ ਪ੍ਰਾਪਤ ਕੀਤੀ। ਜਦੋਂ ਵਿਦਿਆ ਦੇ ਵਿੱਚ ਨਿਪੁੰਨ ਹੋ ਕੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਗਏ, ਕਿਹਾ ਮਹਾਰਾਜ ਆਪ ਜੀ ਦੇ ਆਦੇਸ਼ ਦੇ ਮੁਤਾਬਕ ਅਸੀਂ ਕਾਸ਼ੀ ਦੀ ਧਰਤੀ ਤੋਂ ਵਿਦਿਆ ਗ੍ਰਹਿਣ ਕਰਕੇ ਆਏ ਹਾਂ, ਹੁਣ ਸਾਨੂੰ ਅਗਲਾ ਆਦੇਸ਼ ਕੀ ਹੈ? ਮਹਾਰਾਜ ਕਹਿੰਦੇ ਹੁਣ ਅਗਲਾ ਆਦੇਸ਼ ਇਹ ਹੈ ਕਿ ਤੁਸੀਂ ਜਾ ਕੇ ਪੂਰੀ ਦੁਨੀਆ ਦੇ ਵਿੱਚ, ਭਾਰਤ ਭਰ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰੋ। ਔਰ ਨਾਲ ਸਤਿਗੁਰਾਂ ਨੇ ਕਿਹਾ, ਕਹਿੰਦੇ ਹੁਣ ਤੁਹਾਨੂੰ ਇਹ ਭਗਵਾਂ ਵੇਸ ਜਿਹੜਾ ਹੈ ਇਹ ਲਾਉਣ ਦੀ ਜ਼ਰੂਰਤ ਨਹੀਂ ਹੈ। ਦੇਖੋ ਕਿੱਡੇ ਦੂਰ ਅੰਦੇਸ਼ ਸਤਿਗੁਰੂ ਸੀ। ਉਹਨਾਂ ਨੂੰ ਪਤਾ ਸੀ ਕਿ ਹਿੰਦੁਸਤਾਨ ਦੇ ਅੰਦਰ, ਸਨਾਤਨੀ ਮਤ ਦੇ ਅੰਦਰ ਇਹ ਜਿਹੜਾ ਭਗਵਾਂ ਭੇਖ ਹੈ ਇਹ ਸਨਮਾਨਯੋਗ ਹੈ, ਸਤਿਕਾਰਯੋਗ ਹੈ। ਜਦੋਂ ਭਗਵੇਂ ਭੇਖ ਦੇ ਵਿੱਚ ਜਾ ਕੇ ਇਹ ਸਨਾਤਨੀ ਲੋਕਾਂ ਦੇ ਵਿੱਚ ਸਿੱਖੀ ਦੀ ਗੱਲ ਕਰਨਗੇ ਤਾਂ ਸਿੱਖ ਜਿਹੜੇ ਹੈ ਉਹ ਜ਼ਰੂਰ ਬਣਨਗੇ ਸਨਾਤਨ। ਇਸ ਕਰਕੇ ਇਸ ਭੇਖ ਨੂੰ, ਇਸ ਲਿਬਾਸ ਨੂੰ ਲਾਉਣ ਦੀ ਜ਼ਰੂਰਤ ਨਹੀਂ ਹੈ। ਤੇ ਅੱਜ ਅਸੀਂ ਭਗਵੇਂ ਭੇਸ ਤੋਂ ਨਫ਼ਰਤ ਕਰਨ ਲੱਗ ਪਏ। ਜਿਹਦੇ ਭਗਵਾਂ ਪਾਇਆ ਹੁੰਦਾ ਉਹਨੂੰ ਅਸੀਂ ਕਿਸੇ ਹੋਰ ਨਾਲ ਜੋੜ ਦਿੰਨੇ।
ਇਹ ਤਾਂ ਜੀ ਫਲਾਨੀ ਜਥੇਬੰਦੀ ਦਾ, ਫਲਾਨੇ ਧੜੇਬੰਦੀ ਦਾ। ਭਗਵਾਂ ਲਿਬਾਸ ਜਿਹੜਾ ਹੈ ਉਹ ਕਿਸੇ ਦਾ ਪੇਟੈਂਟ ਨਹੀਂ ਕਰਵਾਇਆ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਨ ਸਤਿਗੁਰੂ ਸਨ, ਦੂਰ ਅੰਦੇਸ਼ ਸਨ, ਔਰ ਉਹਨਾਂ 5 ਸਿੱਖਾਂ ਨੇ ਭਗਵੇਂ ਵੇਸ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਔਰ ਨਿਰਮਲੇ ਸਦਵਾਏ, ਸੰਸਾਰ ਦੇ ਅੰਦਰ ਨਿਰਮਲੇ ਅਖਵਾਏ। ਗੁਰੂ ਪਿਆਰਿਓ, ਇਹ ਸਾਡਾ ਇਤਿਹਾਸ ਹੈ, ਇਹ ਸਾਡੀ ਸੱਭਿਅਤਾ ਹੈ, ਸਾਡੀ ਸੰਸਕ੍ਰਿਤੀ ਹੈ। ਇਹਨੂੰ ਪੜ੍ਹਨ ਦੀ, ਇਹਨੂੰ ਸੁਣਨ ਦੀ, ਇਹਨੂੰ ਸਮਝਣ ਦੀ ਬਹੁਤ ਵੱਡੀ ਜ਼ਰੂਰਤ ਹੈ, ਬਹੁਤ ਵੱਡੀ ਲੋੜ ਹੈ। ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਭਰ ਦੇ, ਦੁਨੀਆ ਭਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਸਿੱਖ ਇਤਿਹਾਸ ਪੜ੍ਹਾਇਆ ਜਾਏ, ਸਾਹਿਬਜ਼ਾਦਿਆਂ ਦੀ ਗਾਥਾ ਪੜ੍ਹਾਈ ਜਾਏ, ਸਹੀ ਪੜ੍ਹਾਈ ਜਾਏ। ਉਹ ਇਤਿਹਾਸ ਪੜ੍ਹਾਇਆ ਜਾਏ ਜਿਹੜਾ ਸਹੀ ਹੈ, ਔਰ ਉਹ ਨਾਮ ਰੱਖੇ ਜਾਣ ਜਿਹੜੇ ਸਿੱਖ ਸੈਂਟੀਮੈਂਟ ਨੂੰ ਟੱਚ ਕਰਦੇ ਨੇ। ਬਸ ਇੰਨੀ ਕੁ ਗੱਲ ਹੈ, ਇੰਨੀ ਕੁ ਗੱਲ ਹੈ। ਤੇ ਇਹਦੇ ਲਈ ਸਿੱਖ ਸੰਸਥਾਵਾਂ ਦਾ, ਸਿੱਖ ਜਥੇਬੰਦੀਆਂ ਦਾ, ਸਿੱਖ ਸਕਾਲਰਾਂ ਦਾ, ਸਿੱਖ ਵਿਦਵਾਨਾਂ ਦਾ ਸਹਿਯੋਗ ਲਿਆ ਜਾ ਸਕਦਾ, ਸਹਿਯੋਗ ਲਿਆ ਜਾ ਸਕਦਾ। ਸਾਰੇ ਸਹਿਯੋਗ ਦੇਣ ਵਾਸਤੇ ਤਿਆਰ ਵੀ ਨੇ। ਅੰਤ ਦੇ ਵਿੱਚ ਮੈਂ ਇੱਕ ਵਾਰੀ ਫੇਰ ਮਾਨਯੋਗ ਸਿੰਘ ਸਾਹਿਬ ਜੀ ਦਾ, ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਸਮੁੱਚੇ ਮੈਂਬਰਾਂ ਦਾ, ਪ੍ਰਧਾਨ ਜੀ ਦਾ, ਔਰ ਆਪ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਔਰ ਹਾਂ, ਇੱਕ ਮੈਂ ਬਿਹਾਰ ਸਰਕਾਰ ਦਾ ਵੀ ਖਾਸ ਤੌਰ ਦੇ ਉੱਤੇ ਧੰਨਵਾਦ ਕਰਦਾ। ਨਹੀਂ ਤਾਂ ਸਿੰਘ ਸਾਹਿਬ ਜੀ ਦੇ, ਪ੍ਰਧਾਨ ਜੀ ਦੇ ਫੋਨਾਂ ਨੇ ਤਾਂ ਪੰਜਾਬ ਦੀ ਬਹੁਤ ਸਾਰੀ ਸੰਗਤ ਜਿਹੜੀ ਆਉਣ ਵਾਸਤੇ ਤਿਆਰ ਸੀ ਉਹਨੂੰ ਭੈ ਭੀਤ ਹੀ ਕਰਤਾ ਸੀ, ਰੁਕ ਗਈ ਬਹੁਤ ਸਾਰੀ ਸੰਗਤ। ਚਲੋ, ਹਦਾਇਤਾਂ ਜਿਹੜੀਆਂ ਨੇ ਉਹਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ, ਪਰ ਫਿਰ ਵੀ ਬਿਹਾਰ ਸਰਕਾਰ ਨੇ ਸਾਨੂੰ ਇਹ ਪੁਰਬ ਮਨਾਉਣ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਹੈ। ਮੈਨੂੰ ਤਾਂ ਨਹੀਂ ਇੱਥੇ ਕੋਈ ਪਾਬੰਦੀ ਵਾਲੀ ਗੱਲ ਲੱਗੀ, ਔਰ ਇਹਦੇ ਲਈ ਮੈਂ ਬਿਹਾਰ ਸਰਕਾਰ ਦਾ ਬਹੁਤ 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 ਧੰਨਵਾਦ ਕਰਦਾ, ਜਿਨ੍ਹਾਂ ਨੇ ਸਿੱਖ ਸੈਂਟੀਮੈਂਟ ਨੂੰ ਸਮਝਿਆ। ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਗੁਰਪੁਰਬ ਸੁੱਖੀ ਸਾਂਦੀ ਬਿਲਕੁਲ ਸ਼ਰਧਾ ਭਾਵਨਾ ਦੇ ਨਾਲ ਮਨਾ ਕੇ ਸੰਗਤ ਤੰਦਰੁਸਤ ਆਈ ਹੈ ਤੇ ਤੰਦਰੁਸਤੀ ਜਿਹੜਾ ਆਪਣੇ ਘਰਾਂ ਨੂੰ ਜਾਏਗੀ। ਇਹ ਵਾਹਿਗੁਰੂ ਅੱਗੇ ਅਰਦਾਸ ਹੈ, ਵਾਹਿਗੁਰੂ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।